ਛੱਤ ਦੇ ਉੱਤੇ ਖੜਾ ਹੋਇਆ। ਇਸ ਛੱਤ ਦੀ ਖਾਸੀਅਤ ਵੀ ਤੁਹਾਨੂੰ ਦੱਸਾਂਗਾ। ਉਹ ਕਾਲੀ ਜੈਕਟ ਪਾਈ ਹੋਈ ਸੀਗੀ, ਕਾਲੀ ਜੈਕਟ ਟੰਗਤੀ ਹੈ ਕਿਉਂਕਿ ਬਚਪਨ ਦੇ ਵਿੱਚ ਘਰ ਦੇ ਦੱਸਦੇ ਸੀਗੇ ਕਿ ਕਾਲਾ ਰੰਗ ਹੀਟ ਅਬਜ਼ੌਰਬ ਕਰਦਾ ਹੈ, ਗਰਮੀ ਜ਼ਿਆਦਾ ਲੱਗਦੀ ਕੱਪੜੇ ਪਾਉਣ ਦੇ ਉੱਤੇ ਕਾਲੇ। ਇਹ ਜਿਹੜੀ ਛੱਤ ਹੈ ਇਹਦੇ ਤੇ ਸਫੇਦੀ ਕਰਤੀ ਹੈ, ਇਹਨੂੰ ਚਿੱਟਾ ਕਰਤਾ ਹੈ। ਮੈਨੂੰ ਐਂ ਲੱਗਦਾ ਪਿਆ ਮੈਂ ਕਿਸੇ ਸਿਆਚਿਨ ਦੀ ਪਹਾੜੀ ਤੇ ਖੜਾ ਜਿੱਥੇ ਚਿੱਟੀ ਬਰਫ਼ ਪਈ ਹੋਈ ਹੈ ਤੇ ਉੱਥੇ ਧੁੱਪ ਪੈ ਰਹੀ ਤੇ ਉਹ ਅੱਖਾਂ ਨੂੰ ਪੈਂਦੀ, ਕਿਉਂਕਿ ਸਾਡੇ ਫੌਜੀ ਵੀ ਅੱਖਾਂ ਤੇ ਉਹ ਲਾ ਕੇ ਰੱਖਦੇ ਕਾਲੇ ਚਸ਼ਮੇ। ਗਲਤ ਥਾਂ ਤੇ ਲਿਆ ਤੁਸੀਂ। ਇਹ ਚਿੱਟੀ ਕਿਉਂ ਕੀਤੀ? ਇਹਦਾ ਫਾਇਦਾ ਕੀ ਹੋਇਆ ਤੁਹਾਨੂੰ? ਘਰ ਗਰਮ ਨਹੀਂ ਹੋਏਗਾ। ਜਦ ਤੁਹਾਡਾ ਘਰ ਗਰਮ ਨਹੀਂ ਹੋਏਗਾ ਤੁਹਾਡੇ ਏਸੀ ਕੂਲਰ ਘੱਟ ਬਿਜਲੀ ਖਾਣਗੇ। ਜੇ ਮੈਂ ਹੀਟ ਰਿਫਲੈਕਟ ਕਰ ਦਿਆਂਗਾ ਵਾਪਸ ਟੂ ਸਪੇਸ ਤੇ ਹੀਟ ਬਜਟ ਜਿਹੜਾ ਹੈ ਉਹ ਬੈਲੈਂਸ ਹੋ ਜਾਏਗਾ। ਦੋ ਫਾਇਦੇ ਗਿਣਾਤੇ ਤੁਸੀਂ। ਕਰੈਕਟ। ਇੱਕ ਤਾਂ ਕੁਦਰਤ ਦਾ ਫਾਇਦਾ ਦੱਸਤਾ, ਕਰੈਕਟ। ਇੱਕ ਤੁਹਾਡਾ ਆਪਣਾ ਫਾਇਦਾ ਹੋ ਗਿਆ। ਕਰੈਕਟ। ਕਿ ਗਰਮੀ ਨਹੀਂ ਲੱਗਣੀ। ਦੈਟਸ ਰਾਈਟ। ਏਸੀ ਨਹੀਂ ਚੱਲਣਾ, ਕੂਲਰ ਨਹੀਂ ਚੱਲਣਾ, ਘੱਟ ਚੱਲਣਾ ਹੈ ਨਾ, ਗਰਮੀ ਘੱਟ ਲੱਗੇਗੀ। ਇਹ ਵਾਕਈ ਹੁੰਦਾ ਇਹਦੇ ਨਾਲ ਫਾਇਦਾ। ਤੁਸੀਂ ਮੈਂ ਕਹਿੰਦਾ ਤੁਸੀਂ ਕੋਈ ਇੱਕ ਛੱਤ ਲੈ ਲਓ, ਐਕਸਪੈਰੀਮੈਂਟ ਕਰ ਲਓ ਮੇਰੇ ਕਹੇ ਤੇ। ਉਹਦੇ ਉੱਤੇ ਕਈਆਂ ਨੇ ਕਰ ਲੈਣਾ ਮੈਨੂੰ ਲੱਗਦਾ, ਜਿਹੜੇ ਕੈਮਰੇ ਜ਼ਰੂਰ ਕਰਨ ਮੇਰੇ ਵੀਰ, ਜ਼ਰੂਰ ਕਰਨ। 17% ਬੱਦਲ ਰਿਫਲੈਕਟ ਕਰਦਾ ਹੈ ਹੀਟ ਨੂੰ। ਸਿੱਧਾ ਉਹਨੂੰ ਮਤਲਬ ਤੁਸੀਂ ਆਪਦੀ ਛੱਤ ਤੇ ਬੱਦਲ ਵਿਛਾਤਾ ਲਿਆ ਕੇ, ਚਿੱਟਾ ਪੇਂਟ ਕਰਤਾ, ਮਤਲਬ ਬੱਦਲ ਵਿਛਾਤਾ, ਤੁਹਾਨੂੰ ਗਰਮੀ ਨਹੀਂ ਲੱਗਣੀ, ਬੱਦਲ ਤੁਹਾਨੂੰ ਬਚਾ ਲੇਗਾ। ਬੱਦਲ ਬਚਾਏਗਾ। ਇਹ ਹੀਟ ਬਜਟ ਹੈ। ਹੀਟ ਬਜਟ ਨੂੰ ਹੀਟ ਬਜਟ ਕਹਿੰਦੇ। ਜਿਵੇਂ ਸਰਕਾਰਾਂ ਦਾ ਬਜਟ ਹੁੰਦਾ ਉਵੇਂ ਹੀ ਸਰ ਨੇ ਹੀਟ ਬਜਟ ਕੱਢ ਕੇ ਰੱਖਿਆ। 17% ਜਿਵੇਂ ਬੱਦਲ ਹੁੰਦਾ, ਬੱਦਲ ਵੀ ਹੀਟ ਰਿਫਲੈਕਟ ਕਰਦਾ। ਤੁਸੀਂ ਛੱਤ ਦੇ ਉੱਤੇ ਜੇ ਚਿੱਟਾ ਪੇਂਟ ਕਰਾ ਲਿਆ, ਚਿੱਟੀ ਕਲੀ ਮਰਵਾ ਲਈ, ਤਾਂ ਗਰਮੀਆਂ ਦੇ ਵਿੱਚ ਸੌਖਾ ਤੁਹਾਨੂੰ ਹੋਣਾ। ਬੱਦਲ ਵੀ ਚਿੱਟਾ, ਤੁਹਾਡੀ ਛੱਤ ਵੀ ਚਿੱਟੀ। ਕਰੈਕਟ। ਇਹਨੂੰ ਕਿਵੇਂ ਕੰਬੀਨੇਸ਼ਨ ਨੂੰ ਬਣਾਉਂਦੇ ਹੋ? ਜੇ ਗ੍ਰੀਨ ਹਾਊਸ ਗੈਸਸ ਹੋਣ ਹੀ ਨਾ, ਅਰਥ ਦਾ ਟੈਂਪਰੇਚਰ -18 ਡਿਗਰੀ ਸੈਂਟੀਗ੍ਰੇਡ, -18 ਡਿਗਰੀ ਸੈਂਟੀਗ੍ਰੇਡ ਵਿੱਚ ਓਵਰ ਅ ਪੀਰੀਅਡ ਆਫ ਟਾਈਮ ਕੁਛ ਨਹੀਂ ਜਿੰਦਾ ਰਹਿ ਸਕਦਾ। ਰਹਿਣਾ ਇੱਥੇ ਮੁਸ਼ਕਿਲ ਹੋ ਜਾਣਾ। ਹਿਊਮਿਡਿਟੀ ਬਹੁਤ ਵੱਧ ਜਾਣੀ ਹੈ, ਡੈਜ਼ਰਟਸ ਫੈਲ ਜਾਣੇ ਹੈ, ਪਾਣੀ ਸਮੁੰਦਰ ਦਾ ਉੱਚਾ ਚੱਕਿਆ ਜਾਣਾ, ਤੁਹਾਡਾ ਰਹਿਣਾ ਹੀ ਕੁਛ ਨਹੀਂ। ਹੁਣ ਸ਼ਿਖਰ ਗਰਮੀ 'ਚ ਉੱਤੇ ਚਾਓ, ਛੱਤ ਤੇ ਜੁੱਤੇ ਲਾ ਲਓ, ਨੰਗੇ ਪੈਰ ਚੱਲ ਸਕੋਗੇ, ਮੇਰੀ ਗਾਰੰਟੀ ਹੈ। ਤੇ ਮੇਰੀ ਗਾਰੰਟੀ ਇਹ ਵੀ ਹੈ ਕਿ ਜਿੱਥੇ ਸਫੇਦੀ ਨਹੀਂ ਹੋਈ ਉੱਥੇ ਤੁਹਾਡਾ ਪੈਰ ਤੁਸੀਂ 2 ਸੈਕਿੰਡ ਤੋਂ ਜ਼ਿਆਦਾ ਨਹੀਂ ਰੱਖ ਸਕਦੇ। ਇੰਨੀ ਗਰਮੀ ਦਾ ਫਰਕ ਪੈਂਦਾ। ਇਹ ਆਈਡੀਆ ਤੁਹਾਡਾ ਦਿਮਾਗ 'ਚ ਕਿਵੇਂ ਆਇਆ? ਅਸੀਂ ਬੜੌਦਾ ਸੀਗੇ ਗੁਜਰਾਤ, ਉੱਥੇ ਗਰਮੀ ਬਹੁਤ ਪੈਂਦੀ। ਪੁਰਾਣੇ ਘਰ ਸੀਗੇ, ਉਹਨਾਂ ਦੀ ਲੀਕੇਜ ਰੋਕਣ ਵਾਸਤੇ ਉਹ ਉੱਤੇ ਜੇ ਲੁੱਕ ਜੀ ਪਾਉਂਦੇ ਸੀਗੇ। ਕਾਲੀ ਲੁੱਕ ਨੇ ਗੁਜਰਾਤ ਦੀ ਗਰਮੀ ਫੜ ਲੈਣੀ। ਉਹ ਤਪਦੀ ਹੁੰਦੀ, ਉਹ ਤਪਦੀ, ਉਹ ਪਿਘਲ ਕੇ ਗਿਰ ਰਹੀ। ਤੇ ਮੈਂ ਉਹ ਪਿਘਲਦੀ ਹੋਈ ਲੁੱਕ ਨੂੰ ਦੇਖ ਲਿਆ। ਜਿੱਥੇ ਤੁਸੀਂ ਕਾਲਾ ਰੰਗ ਇਕੱਠਾ ਕੀਤਾ ਉੱਥੇ ਗਰਮੀ ਇਕੱਠੀ ਹੋ ਜਾਣੀ। ਸਿੰਪਲ ਜੀ ਗੱਲ ਹੈ, ਇਹਦੇ 'ਚ ਕੋਈ ਵੱਡੀ ਫਿਜ਼ਿਕਸ ਨਹੀਂ, ਕਿਸੇ ਨੂੰ PhD ਕਰਨ ਦੀ ਲੋੜ ਨਹੀਂ ਹੈ। ਸਿਆਣਾ ਜ਼ਿਆਦਾ ਬਣ ਜਾਓ, ਕਹਿੰਦੇ ਚਿੱਟਾ ਮਾਰਬਲ ਵਿਛਾ ਦਿੰਨੇ ਲਿਆ ਕੇ। ਮਾਰਬਲ ਵਿਛਾਓ, ਮਹਿੰਗਾ ਹੈ, ਉੱਤੇ ਵਜ਼ਨ ਪਏਗਾ ਛੱਤ ਉੱਤੇ। ਕਈ ਦੇਸ਼ ਦੀ ਥਾਵਾਂ ਤੇ ਮੈਂ ਵੇਖਿਆ ਮਾਰਬਲ ਵੀ ਗਰਮ ਹੋ ਜਾਂਦਾ। ਉਹ ਕਿਉਂ? ਗੁਰਬਾਣੀ ਦੇ ਵਿੱਚ ਲਿਖਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਅੱਜ ਕੱਲ ਬੇਅਦਬੀ ਇੱਕ ਸ਼ਬਦ ਹੈ ਜੋ ਬਹੁਤ ਚਰਚਾ 'ਚ ਹੈ, ਲੇਕਿਨ ਬੇਅਦਬੀ ਤੁਸੀਂ ਕਰਦੇ ਹੋ ਕੁਦਰਤ ਦੀ। ਕੁਦਰਤ ਨੂੰ ਘਾਣ ਜਿੰਨਾ ਮਨੁੱਖ ਨੇ ਪਹੁੰਚਾਇਆ ਉਹਨਾਂ ਕਿਸੇ ਨੇ ਨਹੀਂ ਪਹੁੰਚਾਇਆ। ਛੱਤ ਦੇ ਉੱਤੇ ਖੜਾ ਹੋਇਆ। ਇਸ ਛੱਤ ਦੀ ਖਾਸੀਅਤ ਵੀ ਤੁਹਾਨੂੰ ਦੱਸਾਂਗਾ। ਉਹ ਕਾਲੀ ਜੈਕਟ ਪਾਈ ਹੋਈ ਸੀਗੀ, ਕਾਲੀ ਜੈਕਟ ਟੰਗਤੀ ਹੈ ਕਿਉਂਕਿ ਬਚਪਨ ਦੇ ਵਿੱਚ ਘਰ ਦੇ ਦੱਸਦੇ ਸੀਗੇ ਕਿ ਕਾਲਾ ਰੰਗ ਹੀਟ ਅਬਜ਼ੌਰਬ ਕਰਦਾ ਹੈ, ਗਰਮੀ ਜ਼ਿਆਦਾ ਲੱਗਦੀ ਕੱਪੜੇ ਪਾਉਣ ਦੇ ਉੱਤੇ ਕਾਲੇ। ਇਹ ਜਿਹੜੀ ਛੱਤ ਹੈ ਇਹਦੇ ਤੇ ਸਫੇਦੀ ਕਰਤੀ ਹੈ, ਇਹਨੂੰ ਚਿੱਟਾ ਕਰਤਾ ਹੈ। ਉਹਦੇ ਪਿੱਛੇ ਕੀ ਕਾਰਨ ਨੇ ਆਦੇਸ਼ ਜੀ ਸਾਨੂੰ ਦੱਸਣਗੇ, ਜੋ ਕਿ ਸਾਇੰਟਿਸਟ ਨੇ, ਵਿਗਿਆਨਿਕ ਨੇ, ਸਾਇੰਸ ਨੂੰ ਚੰਗੀ ਤਰ੍ਹਾਂ ਜਾਣਦੇ ਆ, ਬਖੂਬੀ ਜਾਣਦੇ ਆ। ਅਲੱਗ-ਅਲੱਗ ਤਰੀਕੇ ਦੇ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੀਟ ਇੰਨੀ ਕੁ ਵੱਧ ਜਾਏਗੀ ਕਿ ਮਨੁੱਖ ਦਾ ਧਰਤੀ ਤੇ ਜੀਣਾ ਔਖਾ ਹੋ ਜਾਏਗਾ। ਬੜੀ ਆਸਾਨ ਭਾਸ਼ਾ 'ਚ ਤੁਹਾਨੂੰ ਦੱਸਦਾ ਪਿਆ, ਲੇਕਿਨ ਟੈਕਨੀਕਲ ਪੁਆਇੰਟਸ ਕੀ ਨੇ? ਇਸ ਛੱਤ ਨੂੰ ਚਿੱਟਾ ਰੱਖਣ ਦਾ ਮਕਸਦ ਕੀ ਹੈ? ਆਦੇਸ਼ ਜੀ ਕਹਿੰਦੇ ਆ ਕਿ ਜੇ ਛੱਤ ਚਿੱਟੀ ਕਰਾ ਦੋਗੇ ਤਾਂ ਜਿਹੜੀ ਹੀਟ ਹੈਗੀ ਆ ਉਹ ਵਾਪਸ ਰਿਫਲੈਕਟ ਕਰ ਜਾਏਗੀ। ਗਰਮੀ ਜਿਹੜੀ ਹੈਗੀ ਹੈ ਉਹ ਵਾਪਸ ਚਲੀ ਜਾਏਗੀ, ਤੁਹਾਨੂੰ ਗਰਮੀ ਘੱਟ ਲੱਗੇਗੀ, ਬਿਜਲੀ ਦਾ ਬਿੱਲ ਵੀ ਘੱਟ ਆਏਗਾ। ਇਹ तमाम ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜਾਣਨ ਦੀ ਕੋਸ਼ਿਸ਼ ਕਰਦੇ ਆ। ਆਦੇਸ਼ ਜੀ, ਜਿਸ ਛੱਤ ਤੇ ਅਸੀਂ ਖੜੇ ਹੋਏ ਆ, ਇਹ ਛੱਤ ਤੁਸੀਂ ਚਿੱਟੀ ਕਰਤੀ, ਸਫੇਦ ਕਰਤੀ। ਇੱਥੇ ਖੜਾ ਹੋਣਾ ਮੇਰੇ ਲਈ ਇਸ ਕਰਕੇ ਔਖਾ ਹੋ ਰਿਹਾ ਹੈ। ਇੱਕ ਤਾਂ ਚਿੱਟੇ ਤੋਂ ਜਦੋਂ ਰੋਸ਼ਨੀ ਵੱਜਦੀ ਹੈ ਅੱਖਾਂ 'ਚ ਵੱਜਦੀ ਹੈ ਸਿੱਧੀ, ਇੱਥੇ ਖੜਾ ਹੋਣਾ ਔਖਾ ਹੋ ਰਿਹਾ। ਚਿੱਟੀ ਕਿਉਂ ਕਰਾਤੀ ਤੁਸੀਂ ਛੱਤ? ਇਹ ਛੱਤ ਚਿੱਟੀ ਕਰਾਣੀ ਹੈ ਤਾਂ ਇੱਕ ਚੀਜ਼ ਤੁਹਾਨੂੰ ਨਜ਼ਰ ਆ ਰਹੀ ਹੈ। ਐਕਚੁਅਲੀ ਇਹ ਇੱਕ ਵਿਕਟਰੀ ਸਪੌਟ, ਜਿੱਤ ਦੀ ਥਾਂ। हाँ बिल्कुल करेक्ट। बिकॉज ਜਿਹੜੀ ਅੱਜ ਕੱਲ ਮਾਹੌਲ ਚੱਲ ਰਿਹਾ ਹੈ ਬਈ
ਆ ਗ੍ਰੀਨ ਹਾਊਸ ਗੈਸਿਸ ਦੈਟ ਮੀਨ ਇਹ ਕਾਰਬਨ ਡਾਈਆਕਸਾਈਡ ਮੀਥੇਨ ਇਹ ਘਟਾਓ, ਫ੍ਰਿਜ ਦਾ ਇਹ ਵਾਲੀ ਗੈਸ ਨਾ ਪਾਓ, ਉਹ ਇਹ ਨਾ ਕਰੋ, ਜਿਹੜਾ ਡੀਜ਼ਲ ਪੈਟਰੋਲ ਇਹ ਕੋਲਾ ਇਹ ਨਾ ਖਰਚੋ। ਇਹ ਇੱਕ ਮਾਹੌਲ ਬਣਿਆ ਹੋਇਆ ਤੇ ਇਸ ਮਾਹੌਲ ਦੇ ਅੰਤਰਗਤ ਬਹੁਤ ਸਾਰੀ ਆਰਗੇਨਾਈਜੇਸ਼ਨਸ ਪਿੱਛੇ ਲੱਗ ਕੇ ਕੁਛ ਨਾ ਕੁਛ ਰਿਸਰਚ ਕਰਕੇ ਦਿਖਾਉਂਦੀਆਂ ਨੇ ਕਿ ਭਾਈ ਧਰਤੀ ਨੇ ਗਰਮ ਹੋ ਜਾਣਾ, ਫੁੱਲਟੁਸ ਰਹਿਣਾ ਇੱਥੇ ਮੁਸ਼ਕਿਲ ਹੋ ਜਾਣਾ, ਹਿਊਮਿਡਿਟੀ ਬਹੁਤ ਵੱਧ ਜਾਣੀ ਹੈ, ਡੈਜ਼ਰਟਸ ਫੈਲ ਜਾਣੇ ਹੈ, ਪਾਣੀ ਸਮੁੰਦਰ ਦਾ ਉੱਚਾ ਚੱਕਿਆ ਜਾਣਾ, ਤੁਹਾਡਾ ਰਹਿਣਾ ਹੀ ਕੁਛ ਨਹੀਂ। ਨਾਓ ਦਿਸ ਇਜ਼, ਆਈ ਵਿਲ ਨॉट ਸੇ इट इज नॉट, झूठ नहीं है पर करेक्ट भी नहीं है, करेक्ट भी नहीं है। क्यों? देखो अर्थ ਨੂੰ ਇੱਕ ਹੀਟ ਮਿਲਦੀ ਹੈ ਬਾਹਰ ਤੋਂ ਤੇ ਉਹ ਆਪਣਾ ਅਰਥ ਰਿਫਲੈਕਟ ਵੀ ਕਰਦਾ ਹੈ ਹੀਟ ਬਾਹਰ, ਉਹਨੂੰ ਹੀਟ ਬਜਟ ਕਹਿੰਦੇ ਆ ਅਰਥ ਦਾ। ਜਿਵੇਂ ਸਰਕਾਰਾਂ ਦਾ ਬਜਟ ਹੁੰਦਾ, ਸਰਕਾਰ ਦਾ ਬਜਟ ਰੁਪਿਆ ਪੈਸੇ ਤੇ ਅਰਥ ਦਾ ਬਜਟ ਹੀਟ ਬਜਟ। ਬਈ ਇੰਨੀ ਹੀਟ ਉੱਤੋਂ ਆਈ, ਇੰਨੀ ਤੁਹਾਡੀ ਰਿਫਲੈਕਟ ਹੋ ਗਈ। ਰਿਫਲੈਕਟ ਮਤਲਬ ਜਿਹੜੀ ਵਾਪਸ ਚਲੀ ਗਈ ਜਿੱਥੋਂ ਆਈ ਉੱਥੇ ਚਲੀ ਗਈ। ਬਿਲਕੁਲ ਜਿਹੜੀ ਆਪਾਂ ਅੰਦਰ ਵਾਲੀ ਹੀਟ ਜਿਹੜੀ ਅੰਦਰ ਆ ਰਹੀ ਹੈ ਹੀਟ, ਉਹਦੀ ਗੱਲ ਕਰਦੇ ਹਾਂ ਫਿਲਹਾਲ। 7% ਤੇ ਬਾਹਰੋਂ ਵਾਪਸ ਜਿਹੜੀ ਹੀਟ ਬਾਹਰੋਂ ਆਉਂਦੀ, ਗਰਮੀ ਬਾਹਰੋਂ ਆਉਂਦੀ ਹੈ, 7% ਵਿੱਚੋਂ ਵਾਪਸ ਉਸੇ ਵੇਲੇ ਚਲ ਜਾਂਦੀ ਹੈ। ਹੁਣ ਸਭ ਤੋਂ ਜ਼ਰੂਰੀ ਗੱਲ, ਜਿਹੜੇ ਬੱਦਲ ਨੇ ਉੱਤੋਂ ਦੇਖੋਗੇ ਨਾ, ਬੱਦਲ ਹਮੇਸ਼ਾ ਚਿੱਟਾ ਨਜ਼ਰ ਆਏਗਾ। ਹਾਂ, 17% ਹੀਟ ਵਾਪਸ ਬਿਨਾ ਕੁਝ ਕੀਤੇ, ਬਿਨਾ ਕੁਝ ਕਰਾਏ, ਬਿਨਾ ਐਬਜ਼ੌਰਬ ਹੋਏ। 17% ਬੱਦਲ ਦਾ ਚਿੱਟਾ ਹੁੰਦਾ ਨਾ, ਹਾਂ, ਉਹ ਚੋਂ 17% ਹੀਟ ਜਿਹੜੀ ਹੈਗੀ ਬੱਦਲ ਵਾਪਸ ਭੇਜ ਦਿੰਦਾ। ਲਾਈਟ ਹੀ ਵਾਪਸ ਭੇਜਦਾ ਤਾਂ ਗਰਮੀ ਕਿੱਥੋਂ ਆਣੀ ਹੈ? ਬੱਦਲ ਵੀ ਚਿੱਟਾ, ਤੁਹਾਡੀ ਛੱਤ ਵੀ ਚਿੱਟੀ। ਕਰੈਕਟ। ਇਹਨੂੰ ਕਿਵੇਂ ਕੰਬੀਨੇਸ਼ਨ ਨੂੰ ਬਣਾਉਂਦੇ? ਮੈਂ ਦੱਸਦਾ, ਅਗਲਾ ਸਟੈਪ ਦੇਖੋ। ਜਿਹੜੀ ਅਰਥ ਦੀ ਸਰਫੇਸ ਹੈ ਉਹ ਸਿਰਫ 6% ਰਿਫਲੈਕਟ ਕਰਦੀ ਹੈ ਲਾਈਟ ਨੂੰ। ਅੱਛਾ, ਠੀਕ ਹੈ। ਹੁਣ ਯੱਬ ਪਿਆ ਹੋਇਆ ਕਿ ਬਈ ਧਰਤੀ ਗਰਮ ਹੋ ਰਹੀ, ਸਮੁੰਦਰ ਦਾ ਪਾਣੀ ਵੱਧ ਜਾਣਾ, ਸਾਰੇ ਪਾਸੇ ਉਹ ਰਾਜਸਥਾਨੀ ਉਹ ਰੇਤਾ ਫੈਲ ਜਾਣਾ, ਡੈਜ਼ਰਟ ਫੈਲ ਜਾਣਾ, ਖਾਣ ਨੂੰ ਕੁਝ ਹੋਣਾ ਨਹੀਂ, ਜਿੰਦਾ ਨਹੀਂ ਰਹਿ ਸਕਦੇ ਕਿਉਂਕਿ ਹਿਊਮਿਡਿਟੀ ਤੇ ਗਰਮੀ ਵੱਧ ਜਾਣੀ। ਨਾਓ ਜਿਹੜਾ ਉਹ 6% ਅਰਥ ਰਿਫਲੈਕਟ ਕਰ ਰਿਹਾ, ਜੇ ਉਹਦੇ ਚੋਂ ਤੁਸੀਂ 6% ਹੋਰ ਐਡ ਕਰ ਦੋਗੇ ਤੇ ਯੂ ਆਰ ਫ੍ਰੀ। ਤੁਹਾਡੇ ਸਾਰੇ ਯੱਬ ਗਰਮੀ ਦੇ ਮੁੱਕ ਜਾਂਦੇ ਕਿਉਂਕਿ ਤੁਸੀਂ ਰਿਫਲੈਕਟਿਵਿਟੀ ਆਫ ਇਨਸੀਡੈਂਟ ਰੇਡੀਏਸ਼ਨ ਵਧਾਤੀ। ਉਹ ਪਰ ਗਰਮੀ ਤਾਂ ਵੱਧਦੀ ਪਈ ਹੈ, ਨੁਕਸਾਨ ਤਾਂ ਹੁੰਦਾ ਹੀ ਪਿਆ ਕੁਦਰਤ ਦਾ। ਗਰਮੀ ਇੱਕ ਸਾਈਕਲ ਹੁੰਦਾ, ਆਈਸ ਏਜਸ ਹੁੰਦੀਆਂ, ਫਿਰ ਆਈਸ ਏਜਸ ਹਟ ਜਾਂਦੀਆਂ, ਫਿਰ ਦੁਬਾਰਾ ਆਈਸ ਏਜਸ ਆ ਜਾਂਦੀਆਂ। ਇਹ ਲੰਬਾ ਸਾਈਕਲ ਹੈ। ਗਰਮੀ ਵੱਧਦੀ ਪਈ ਹੈ, ਇਹ ਮਤਲਬ ਨਹੀਂ ਹੁੰਦਾ ਕਿ ਕਿਉਂਕਿ ਤੁਸੀਂ ਗੱਡੀ ਚਲਾ ਰਹੇ ਹੋ, ਫਿਊਲ ਖਰਚ ਰਹੇ ਹੋ, ਫੋਸਿਲ ਫਿਊਲ, ਇਸ ਕਰਕੇ ਗਰਮੀ ਵੱਧ ਰਹੀ। ਗਰਮੀ ਵਧਣ ਦਾ ਸਾਈਕਲ ਹੁੰਦਾ। ਹੁਣ ਜਿਹੜੀ ਮੈਂ ਤੁਹਾਨੂੰ ਦੱਸਦਾ, ਜਿਹੜੇ ਗ੍ਰੀਨ ਹਾਊਸ ਗੈਸਿਸ ਦੇ ਮਗਰ ਸਾਰੇ ਪਏ ਹੋਏ ਨੇ, ਗ੍ਰੀਨ ਹਾਊਸ ਗੈਸਿਸ ਹੈਗੀਆਂ ਕਾਰਬਨ ਡਾਈਆਕਸਾਈਡ, ਵਾਟਰ ਵੇਪਰ, ਪਾਣੀ ਐਂਡ ਮੀਥੇਨ। ਮੋਟੀ ਇਹੀ ਨੇ ਤਿੰਨ ਚੀਜ਼ਾਂ ਹੋ ਗਈਆਂ। ਤਿੰਨ ਚੀਜ਼ਾਂ ਹੋ ਗਈਆਂ। ਕਾਰਬਨ ਡਾਈਆਕਸਾਈਡ ਬਿਕੋਜ਼ ਇਹ ਗੈਸਿਸ ਜਿਹੜੀਆਂ ਨੇ ਇਹ ਉਹ ਹੀਟ ਨੂੰ ਅਬਜ਼ੌਰਬ ਕਰਦੀਆਂ। ਠੀਕ ਹੈ। ਸੋ ਉਹ ਜਦ ਅਬਜ਼ੌਰਬ ਕਰਦੀਆਂ ਤੇ ਗਰਮ ਰੱਖਦੀਆਂ। ਹੁਣ ਮੈਂ ਤੁਹਾਨੂੰ ਦੱਸਦਾ, ਜੇ ਗ੍ਰੀਨ ਹਾਊਸ ਗੈਸਿਸ ਹੋਣ ਹੀ ਨਾ ਤੇ ਅਰਥ ਦਾ ਟੈਂਪਰੇਚਰ ਤੁਹਾਨੂੰ ਆਈਡੀਆ ਕੀ ਹੋਏਗਾ? ਅਰਥ ਦਾ ਟੈਂਪਰੇਚਰ -18 ਡਿਗਰੀ ਸੈਂਟੀਗ੍ਰੇਡ। ਇਫ ਯੂ ਡੋਂਟ ਸੌਰੀ ਮੈਂ ਅੰਗਰੇਜ਼ੀ ਚਲੇ ਜਾਂਦਾ, ਜੇ ਗ੍ਰੀਨ ਹਾਊਸ ਗੈਸਿਸ ਹੋਣ ਹੀ ਨਾ, ਹੀਟ ਨਾ ਹੋਵੇ ਤੇ ਟੈਂਪਰੇਚਰ ਅਬਜ਼ੌਰਬ ਵੀ ਨਹੀਂ ਹੋਏਗੀ, ਉਹ ਅਬਜ਼ੌਰਬ ਨਹੀਂ ਹੋਏਗੀ। ਇਹ ਤੇ ਸਾਡਾ ਕੰਬਲ ਹੈ, ਰਜਾਈ ਹੈ, ਇਹ ਰਜਾਈ ਚਾੜੀ ਹੋਈ ਅਸੀਂ ਆਪਣੇ ਉੱਤੇ। ਇਹ ਜ਼ਰੂਰੀ ਹੈ, ਇਹ ਜ਼ਰੂਰੀ ਹੈ। ਨਹੀਂ ਤਾਂ -18 ਉੱਤੇ ਕਿਹੜੀ ਪਲਾਂਟ, ਕਿਹੜਾ ਟਰੀ ਤੇ ਕਿਹੜਾ ਬੰਦਾ -18 ਡਿਗਰੀ ਸੈਂਟੀਗ੍ਰੇਡ ਵਿੱਚ ਓਵਰ ਅ ਪੀਰੀਅਡ ਆਫ ਟਾਈਮ ਕੁਛ ਨਹੀਂ ਜਿੰਦਾ ਰਹਿ ਸਕਦਾ। ਇਟ ਇਜ਼ ਓਵਰ। ਤਾਂ ਤੁਸੀਂ ਚਿੱਟੀ ਕਿਉਂ ਕਰਾ ਲਈ? ਇਹ ਇਸ ਕਰਕੇ ਤੁਸੀਂ ਵੀ ਅਬਜ਼ੌਰਬ ਕਰੋ ਹੀਟ। ਅਸੀਂ ਇਸ ਕਰ ਕਿਉਂਕਿ ਹੀਟ ਐਬਜ਼ੌਰਪਸ਼ਨ ਵੱਧ ਰਹੀ ਹੈ ਡਿਊ ਟੂ ਇੰਡਸਟਰੀਅਲਾਈਜੇਸ਼ਨ। ਠੀਕ ਹੈ ਗੱਲ, ਫੈਕਟ। ਕਾਰਬਨ ਡਾਈਆਕਸਾਈਡ ਰਿਲੀਜ਼ ਹੋ ਰਹੀ ਹੈ। ਹੁਣ ਉਹ ਚੀਜ਼ਾਂ ਨੂੰ ਦੱਸ ਕੇ ਇੱਕ ਮਾਹੌਲ ਬਣਾਉਣਾ ਇੱਕ ਗੱਲ ਹੁੰਦੀ। ਤੁਹਾਨੂੰ ਪਤਾ ਇੱਕ ਵੋਲਕੈਨਿਕ ਇਰਪਸ਼ਨ ਹੋਏ ਕਿੰਨੀ ਕਾਰਬਨ ਡਾਈਆਕਸਾਈਡ ਨਿਕਲੇਗੀ ਉਹਦੇ ਚੋਂ, ਕਿੰਨਾ ਵਾਟਰ ਵੇਪਰ ਨਿਕਲੇਗਾ, ਕੋਈ ਆਈਡੀਆ ਹੈ? ਉਹਦਾ ਤਾਂ ਉਪਾਅ ਵੀ ਕੋਈ ਨਹੀਂ ਹੈਗਾ, ਕੋਈ ਉਪਾਅ ਹੈ ਹੀ ਨਹੀਂ। So it is not that the world is going to end in 30 years. It doesn't work like that. There will be heat, there will be
ਕੋਲਡ ਦਿਲ ਵੀ ਮੇਬੀ ਸੀਵੀਅਰ ਵੈਦਰ ਤੇ ਕਦੀ ਵੀ ਹੁੰਦੇ ਸੀ। ਅਦੇਸ਼ ਜੀ ਮੈਨੂੰ ਐਂ ਲੱਗਦਾ ਪਿਆ ਮੈਂ ਕਿਸੇ ਸਿਆਚਿਨ ਦੀ ਪਹਾੜੀ ਤੇ ਖੜਾ ਜਿੱਥੇ ਚਿੱਟੀ ਬਰਫ਼ ਪਈ ਹੋਈ ਹੈ ਤੇ ਉੱਥੇ ਧੁੱਪ ਪੈ ਰਹੀ ਤੇ ਉਹ ਅੱਖਾਂ ਨੂੰ ਪੈਂਦੀ, ਕਿਉਂਕਿ ਸਾਡੇ ਫੌਜੀ ਵੀ ਅੱਖਾਂ ਤੇ ਉਹ ਲਾ ਕੇ ਰੱਖਦੇ ਕਾਲੇ ਚਸ਼ਮੇ। ਗਲਤ ਥਾਂ ਤੇ ਲਿਆਏ ਤੁਸੀਂ। ਇਹ ਚਿੱਟੀ ਕਿਉਂ ਕੀਤੀ, ਇਹਦੇ ਨਾਲ ਫਾਇਦੇ ਕੀ ਹੋਏ ਤੁਹਾਨੂੰ? ਇੱਥੇ ਦੇਖੋ, ਜੇ ਤੁਹਾਡੀ ਛੱਤ ਚਿੱਟੀ ਹੋਏਗੀ, ਪਹਿਲੇ ਆਪਣਾ ਇੰਟਰਨਲ ਫਾਇਦਾ ਦੇਖਦੇ, ਠੀਕ ਹੈ। ਘਰ ਗਰਮ ਨਹੀਂ ਹੋਏਗਾ। ਜਦ ਤੁਹਾਡਾ ਘਰ ਗਰਮ ਨਹੀਂ ਹੋਏਗਾ, ਤੁਹਾਡੇ ਏਸੀ ਕੂਲਰ ਘੱਟ ਬਿਜਲੀ ਖਾਣਗੇ, ਕਰੈਕਟ। ਹੁਣ ਆਪਾਂ ਇਹਦੇ ਆਪਣੇ ਚੋਂ ਹਟ ਕੇ ਬਾਹਰ ਨੂੰ ਆਉਂਦੇ ਹਾਂ। ਜੇ ਮੈਂ ਹੀਟ ਰਿਫਲੈਕਟ ਕਰ ਦਿਆਂਗਾ ਵਾਪਸ ਟੂ ਸਪੇਸ, ਤੇ ਹੀਟ ਬਜਟ ਜਿਹੜਾ ਹੈ ਉਹ ਬੈਲੈਂਸ ਹੋ ਜਾਏਗਾ। ਮੇਰੀ ਕਾਰਬਨ ਡਾਈਆਕਸਾਈਡ ਐਕਸਟਰਾ ਜਿਹੜੀ ਮੈਂ ਰਿਲੀਜ਼ ਕੀਤੀ, ਮੈਂ ਆਪਣੀ ਗੱਡੀ ਚਲਾ ਰਿਹਾ, ਕਾਰਬਨ ਡਾਈਆਕਸਾਈਡ ਭੇਜੀ ਜਾਂਦਾ, ਮੈਂ ਇਧਰੋਂ ਵੀ ਤੇ ਬਿਜਲੀ ਲਾਈਟ ਵਾਪਸ ਭੇਜ ਰਿਹਾ, ਤਾਂ ਉਹ ਬੈਲੈਂਸ ਹੋ ਜਾਏਗੀ। ਦੋ ਫਾਇਦੇ ਗਿਣਾਤੇ ਤੁਸੀਂ। ਕਰੈਕਟ। ਇੱਕ ਤਾਂ ਕੁਦਰਤ ਦਾ ਫਾਇਦਾ ਦੱਸਤਾ, ਕਰੈਕਟ। ਇੱਕ ਤੁਹਾਡਾ ਆਪਣਾ ਫਾਇਦਾ ਹੋ ਗਿਆ। ਕਰੈਕਟ। ਕਿ ਗਰਮੀ ਨਹੀਂ ਲੱਗਣੀ, ਦੈਟਸ ਰਾਈਟ। ਏਸੀ ਨਹੀਂ ਚੱਲਣਾ, ਕੂਲਰ ਨਹੀਂ ਚੱਲਣਾ, ਘੱਟ ਚੱਲਣਾ, ਹਾਂ, ਹੈਨਾ, ਗਰਮੀ ਘੱਟ ਲੱਗੇਗੀ। ਇਹ ਵਾਕਈ ਹੁੰਦਾ ਇਹਦੇ ਨਾਲ ਫਾਇਦਾ। ਤੁਸੀਂ, ਮੈਂ ਕਹਿੰਦਾ ਤੁਸੀਂ ਕੋਈ ਇੱਕ ਛੱਤ ਲੈ ਲਓ, ਐਕਸਪੈਰੀਮੈਂਟ ਕਰ ਲਓ ਮੇਰੇ ਕਹੇ ਤੇ। ਉਹਦੇ ਉੱਤੇ ਕਈਆਂ ਨੇ ਕਰ ਲੈਣਾ, ਮੈਨੂੰ ਲੱਗਦਾ ਜਿਹੜੇ ਕੈਮਰੇ ਜ਼ਰੂਰ ਕਰਨ ਮੇਰੇ ਵੀਰ, ਜ਼ਰੂਰ ਕਰਨ। ਸਫੇਦੀ ਕਰੋ, ਛੱਤ ਸਾਫ਼ ਕਰਾਓ ਲੋਹੇ ਵਾਲੇ ਬੁਰਸ਼ ਨਾਲ, ਫਿਰ ਉੱਤੇ ਵਧੀਆ ਸਫੇਦੀ ਕਰੋ, ਪਰ ਕਰੀਬਨ 1 ਫੁੱਟ ਬਾਈ 1 ਫੁੱਟ ਦਾ ਚੱਪਾ ਛੱਡ ਦਿਓ। ਅੱਛਾ, ਓਕੇ। ਹੁਣ ਸ਼ਿਖਰ ਗਰਮੀ ਚ ਉੱਤੇ ਚਾਓ ਛੱਤ ਤੇ, ਜੁੱਤੇ ਲਾ ਲਓ। ਤੁਸੀਂ ਜਿੱਥੇ ਸਫੇਦੀ ਹੋਈ ਹੈ, ਤੁਸੀਂ ਨੰਗੇ ਪੈਰ ਚੱਲ ਸਕੋਗੇ, ਮੇਰੀ ਗਾਰੰਟੀ ਹੈ। ਤੇ ਮੇਰੀ ਗਾਰੰਟੀ ਇਹ ਵੀ ਹੈ ਕਿ ਜਿੱਥੇ ਸਫੇਦੀ ਨਹੀਂ ਹੋਈ ਉੱਥੇ ਤੁਹਾਡਾ ਪੈਰ ਤੁਸੀਂ 2 ਸੈਕਿੰਡ ਤੋਂ ਜ਼ਿਆਦਾ ਨਹੀਂ ਰੱਖ ਸਕਦੇ, ਇੰਨੀ ਗਰਮੀ ਦਾ ਫਰਕ ਪੈਂਦਾ। ਬਿਕੋਜ਼ ਛੱਤ ਨੇ ਗਰਮੀ ਕਿੱਥੋਂ ਲੈਣੀ? ਸਨਲਾਈਟ ਤੋਂ ਹੀ ਲੈਣੀ ਹੈ ਨਾ। ਇਹ ਆਈਡੀਆ ਤੁਹਾਡਾ ਦਿਮਾਗ 'ਚ ਕਿਵੇਂ ਆਇਆ? ਤੁਸੀਂ ਇਹ ਕਿੱਥੋਂ? ਓਕੇ। ਤੁਸੀਂ ਪਿਛਲੀ ਵਾਰੀ ਵੀ ਭਾਵੁਕ ਹੋ ਗਏ ਸੀ। ਇਹ ਪਿਛਲੀ ਵਾਰੀ ਵੀ ਰੋ ਗਏ ਸੀ ਹੈ। ਇਹ ਮੈਂ ਨਬਜ਼ ਨੱਪ ਦਿੰਨਾ ਕਦੀ ਪੁਰਾਣੀ ਗੱਲ ਹੈ। ਅਸੀਂ ਬੜੌਦਾ ਸੀਗੇ ਗੁਜਰਾਤ, ਉੱਥੇ ਗਰਮੀ ਬਹੁਤ ਪੈਂਦੀ, ਬਹੁਤ ਜ਼ਬਰਦਸਤ ਗਰਮੀ ਪੈਂਦੀ। ਉੱਥੇ ਉਹ ਸਾਡੇ ਮਾਈ ਫਾਦਰ ਰੇਲਵੇ ਸੀਗੇ, ਤੇ ਉਹ ਬੰਗਲੋ ਟਾਈਪ ਘਰ ਸੀ, ਤੇ ਉਹ ਅਸੀਂ ਆਪਣਾ ਕੰਮ ਕਰਦੇ ਸੀ, ਐਕਸਪੈਰੀਮੈਂਟ ਇਹ ਉਹ, ਤੇ ਆਪਾਂ 3 ਵਜੇ ਨਾ ਬਾਹਰ ਲੌਂਚ ਜਾ ਕੇ ਬਹਿ ਜਾਈਦਾ ਸੀਗਾ ਦੁਪਹਿਰੇ। ਅੱਛਾ। ਬਿਕੋਜ਼ ਘਰ ਇੰਨਾ ਗਰਮ ਹੁੰਦਾ ਸੀਗਾ ਕਿ ਸਾਨੂੰ ਆਈਡੀਆ ਨਹੀਂ ਕਿ ਆ ਹੋ ਕੀ ਰਿਹਾ। ਇੰਨਾ ਉਹ ਉੱਚੇ ਵਾਲੇ ਛੱਤ ਵਾਲੇ ਘਰ, ਉਹ ਘਰ ਹੋਣ ਦੇ ਬਾਵਜੂਦ ਗਰਮੀ ਇੰਨੀ ਪੈਂਦੀ ਸੀ ਕਿ ਤੁਸੀਂ ਬਾਹਰ ਜਾ ਕੇ ਬਹਿ ਜਾਂਦੇ ਸੀ। ਅਸੀਂ ਬਾਹਰ ਜਾ ਕੇ ਲੌਂਚ ਬਹਿ ਜਾਂਦੇ ਸੀ, ਲੌਨ ਵੀ ਵੱਡਾ ਸਾਰਾ ਸੀਗਾ, ਪੇੜ ਥੱਲੇ ਬਹਿ ਜਾਂਦੇ ਸੀ, ਉੱਥੇ ਗੱਲਾਂ ਕਰਦੇ ਸੀ। ਤੇ ਇੱਕਦਮ ਮੈਂ ਉਹ ਇਹ ਮੋੜ ਕੇ ਦੇਖਿਆ, ਤੇ ਉਹ ਛੱਤ ਦੇ ਉੱਤੋਂ ਦੀ ਨਾ ਲੁੱਕ ਗਿਰੇ ਨਾ, ਟੱਪ ਟੱਪ ਟੱਪ। ਮੈਂ ਕਿਹਾ ਡੈਡ ਆ ਕੀ ਚੱਕਰ ਹੈ ਯਾਰ, ਤੇ ਲੁੱਕ ਪਿਘਲ ਰਹੀ ਉੱਪਰ, ਤੇ ਸਾਡਾ ਘਰ ਤੇ ਕਦੀ ਠੰਡਾ ਹੋ ਹੀ ਨਹੀਂ ਸਕਦਾ। ਉਹ ਲੁੱਕ ਕਿੱਥੋਂ ਪਿਘਲ? ਉਹ ਲੁੱਕ ਪੁਰਾਣੇ ਘਰ ਸੀਗੇ, ਉਹਨਾਂ ਦੀ ਲੀਕੇਜ ਰੋਕਣ ਵਾਸਤੇ ਉਹ ਉੱਤੇ ਜੇ ਲੁੱਕ ਜੀ ਪਾਉਂਦੇ ਸੀਗੇ। ਓਕੇ ਨਾ, ਉਹ ਕਾਲੀ ਲੁੱਕ ਨੇ ਗੁਜਰਾਤ ਦੀ ਗਰਮੀ ਫੜ ਲੈਣੀ। ਉਹ ਤਪਦੀ ਹੁੰਦੀ, ਉਹ ਤਪਦੀ, ਉਹ ਪਿਘਲ ਕੇ ਗਿਰ ਰਹੀ, ਤੇ ਮੈਂ ਉਹ ਪਿਘਲਦੀ ਹੋਈ ਲੁੱਕ ਨੂੰ ਦੇਖ ਲਿਆ। ਉਹ ਕਹਿੰਦੇ ਕੱਲ ਕੋਈ ਗੱਲ ਨਹੀਂ, ਮੈਂ ਕਹਿੰਦਾ ਉਧਰ ਬੰਦਿਆਂ ਨੂੰ, ਉਹਨਾਂ ਨੇ ਉੱਤੇ सफेदी करने को क्या, पहले तो ऑब्जेक्ट करन कि जी छत के ऊपर की सफेदी की क्या बात हुई। वो कहंदे तू अंदर दी ना कर यार, ऊपर दी कर, तू अंदर दी करनी है ना, वो छੱਡ दे, तू ऊपर दी कर। ਆਹੋ ਇਹ ਤਾਂ ਕੋਈ ਵੀ ਨਾਰਮਲ ਬੰਦਾ ਕਹੇਗਾ ਕਿ ਤੁਸੀਂ ਫਰਸ਼ ਦੇ ਉੱਤੇ ਕਿਉਂ ਚਿੱਟੀ ਸਫੇਦੀ ਕਰਾ ਰਹੇ ਹੋ, ਛੱਤ ਦੇ ਉੱਤੇ ਕਿਉਂ ਸਫੇਦੀ ਕਰਾ ਰਹੇ ਹੋ। ਬੜਾ ਉਹ ਤੇ ਹਫਤਾ 2 ਹਫਤਾ ਲੱਗਿਆ ਬੰਦੇ ਨੂੰ ਦੱਸਣ ਕਿ ਬਈ ਤੂੰ ਸਫੇਦੀ ਕਰਾ। ਜਦੋਂ ਸਫੇਦੀ ਹੋ ਗਈ ਤੇ ਉਹ ਲੁੱਕ ਪਿਘਲਣੀ ਬੰਦ ਹੋ ਗਈ ਤੇ ਘਰ ਹੋ ਗਿਆ ਠੰਡਾ। ਤੇ ਉੱਥੋਂ ਆਪਾਂ 100% ਕਨਵਿੰਸ ਇਹ ਹੋਣੀ ਹੈ ਗੱਲ। ਮੈਂ ਕਿੰਨੀ ਹੋ ਗਈ, ਮੇਰੀ ਉਮਰ ਕਿੰਨੀ ਹੋ ਗਈ ਯਾਰ, 64। ਤੇ ਇਹ ਹੋਣੀ ਮੈਂ ਉਸ ਟਾਈਮ 'ਚ ਕਰੀਬਨ 28-29 ਇਅਰਸ ਦਾ ਹੋਵਾਂਗਾ। ਜਦੋਂ ਤੁਸੀਂ ਤੁਹਾਡੇ ਫਾਦਰ ਸਾਹਿਬ ਨੇ ਐਕਸਪੈਰੀਮੈਂਟ ਕੀਤਾ ਇਹ ਵਾਲਾ, ਹਾਂ, ਚਿੱਟੀ ਕਰਾਤੀ ਪੂਰੀ ਛੱਤ, ਉਹ 100% ਇਸ ਚੀਜ਼ ਦੇ ਨਾਲ ਸਹਿਮਤ ਸੀਗੇ ਕਿ ਫਰਕ ਪੈਣਾ? 100% ਬਿਕੋਜ਼ ਹੀ ਸੌ ਕਿ ਉਹ ਲੁੱਕ ਗਿਰ ਰਹੀ ਪਿਘਲ ਕੇ। ਤੁਸੀਂ ਪਾ ਕੇ ਦੇਖ ਲਓ ਲੁੱਕ ਆਪਣੀ ਛੱਤ ਦੇ ਉੱਤੇ ਗਰਮੀਆਂ 'ਚ ਉੱਤੇ ਚੱਲਿਆ ਨਹੀਂ ਜਾਏਗਾ। ਜੇ ਤੁਸੀਂ ਪੈਰ ਰੱਖਤਾ ਨਾ ਤੇ ਉੱਥੇ ਸੜ ਜਾਊਗਾ ਪੈਰ, ਛਾਲੇ ਪੈ ਜਾਣਗੇ। ਲੁੱਕ ਪਾਉਂਦੇ ਨੇ ਬਈ ਉਹ ਪਾਣੀ ਨਾ ਆ ਜਾਏ, ਬਾਰਿਸ਼ਾਂ ਹੋਣ ਵਾਲੀਆਂ, ਅੱਜ ਤਾਂ ਬਾਰਿਸ਼ਾਂ ਨਹੀਂ ਹੋਣੀਆਂ, ਲੁੱਕ ਪਾਓ ਇੱਥੇ। ਉਹ ਲੁੱਕ ਟਾਈਪ ਮਟੀਰੀਅਲ ਹੁੰਦਾ ਹੈ ਕੋਈ ਛੱਤ ਦਾ, ਉਹ ਕਾਲਾ। ਜਿੱਥੇ ਤੁਸੀਂ ਕਾਲਾ ਰੰਗ ਇਕੱਠਾ ਕੀਤਾ ਉੱਥੇ ਗਰਮੀ ਇਕੱਠੀ ਹੋ ਜਾਣੀ। ਸਿੰਪਲ ਜੀ ਗੱਲ ਹੈ, ਇਹਦੇ 'ਚ ਕੋਈ ਵੱਡੀ ਫਿਜ਼ਿਕਸ ਨਹੀਂ, ਕਿਸੇ ਨੂੰ PhD ਕਰਨ ਦੀ ਲੋੜ ਨਹੀਂ ਹੈ। ਪਰ ਮਤਲਬ ਹੁਣ ਜਿਹੜੇ ਲੋਕ ਸਾਨੂੰ ਦੇਖ ਰਹੇ ਆ, ਹਾਂ, ਉਹਨਾਂ ਨੂੰ ਇਹ ਕਹਿ ਸਕਦੇ ਆ ਵਿਗਿਆਨਿਕ ਜੀ, ਆਦੇਸ਼ ਜੀ, ਕਿ ਤੁਸੀਂ ਆਪਦੀ ਛੱਤ ਚਿੱਟੀ ਕਰਾਓਗੇ ਤੇ ਫਰਕ ਪਏਗਾ? 100% ਤੁਸੀਂ ਆਪ ਕਰਕੇ ਦੇਖੋ ਨਾ, ਮੈਨੂੰ ਕਿਉਂ ਪੁੱਛਦੇ ਹੋ?
ਡੂ ਇਟ yourself। ਔਰ ਜੇ ਤੁਸੀਂ ਤੁਹਾਨੂੰ ਪਤਾ ਹੈ ਨੌਲੇਜ ਤੁਹਾਡੇ ਕੋਲ ਹੈਗੀ ਕਿ ਬਈ ਕਾਲਾ ਰੰਗ ਅਬਜ਼ੌਰਬ ਕਰਦਾ, ਫਿਰ ਤੁਸੀਂ ਉਹ ਨੌਲੇਜ ਨੂੰ ਅਪਲਾਈ ਕਿਉਂ ਨਹੀਂ ਕੀਤਾ? ਜ਼ਰੂਰੀ ਇਹੀ ਹੈ ਕਿ ਇਹਦੇ ਉੱਤੇ ਕ੍ਰਿਮੀਨਲ ਲਾਅ ਬਣਾਇਆ ਜਾਏ ਕਿ ਬਈ ਜਿਹੜਾ ਬੰਦਾ ਆਪਣਾ ਨੌਲੇਜ ਅਪਲਾਈ ਨਹੀਂ ਕਰੇਗਾ ਉਹ ਥਾਣੇ 'ਚ ਰਿਪੋਰਟ ਕਰੇ, ਜਾਂ ਉੱਤੇ ਤੇ ਕੇਸ ਹੋ ਜਾਏ, ਜਾਂ ਉਹਦੇ ਤੋਂ ਕੋਈ ਚਲਾਨ ਹੋਏ। ਅਸੀਂ ਸੀਟ ਬੈਲਟ ਨਹੀਂ ਬਣਦੇ ਬਿਨਾਂ ਚਲਾਨ ਦੇ। ਤਾਂ ਸਾਨੂੰ ਜੇ ਇਹੀ ਤਰੀਕਾ ਹੈ ਸਿਖਾਉਣ ਦਾ ਕਿ ਬਈ ਤੁਸੀਂ ਜਿਹੜੀ ਨੌਲੇਜ ਗੇਨ ਕੀਤੀ ਹੈ ਉਹ ਤੁਸੀਂ ਅਪਲਾਈ ਕਰੋ, ਉਹ ਕਿਉਂ ਨਹੀਂ ਤੁਸੀਂ ਅਪਲਾਈ ਕਰਦੇ ਭਾਈ? ਉਹ ਕਿਸ ਵਾਸਤੇ ਪੜ੍ਹਾਇਆ ਤੁਹਾਨੂੰ? ਜੇ ਤੁਸੀਂ ਪੜ੍ਹੇ ਹੋ, ਉਹ ਕਿਸੇ ਦਾ ਪੈਸਾ ਖਰਚ ਹੋਇਆ, ਸਰਕਾਰ ਦਾ ਹੀ ਭਾਵੇਂ ਹੋਇਆ ਹੋਇਆ, ਉਹਦੀ ਆਊਟਪੁੱਟ ਕਿੱਥੇ ਹੈ? ਯੂ ਡੋਂਟ ਅਪਲਾਈ, ਯੂ ਡੋਂਟ ਕੇਅਰ। ਮੇਰੇ ਕੋਲ ਹੈਗੇ ਨੋਟ, ਮੈਂ ਏਸੀ ਚਲਾਉਂਗਾ, ਛੱਤ ਨੂੰ ਪਾਣੀ ਨਹੀਂ ਅੰਦਰ ਆਉਣਾ ਚਾਹੀਦਾ, ਕਾਲਾ ਕਰ ਦਿਓ, ਲੁੱਕ ਪਾ ਦਿਓ, ਲੁੱਕ ਦਾ ਲਾਈਕ ਦਾ ਹੋਰ ਮਟੀਰੀਅਲ ਪਾ ਦਿਓ, ਬਟ ਯੂ ਡੋਂਟ ਅਪਲਾਈ ਔਰ ਦਿਮਾਗ ਕਿ ਭਾਈ ਇਹ ਸਾਨੂੰ ਲੋੜ ਨਹੀਂ ਹੈ। ਲੋਕਾਂ ਦੇ ਘਰ ਦੇਖੋ ਤੁਸੀਂ, ਕਈ ਵਾਲਸ ਹੁੰਦੀਆਂ, ਪੂਰੀ ਦੀ ਪੂਰੀ ਵਾਲ, ਉਹਦੇ ਤੇ ਧੁੱਪ ਪੈਂਦੀ ਰਹਿੰਦੀ ਸਾਰਾ ਦਿਨ, ਉਹਦੀ ਗਰਮੀ ਕਿੱਥੇ ਜਾਏਗੀ? ਅੰਦਰ ਹੀ ਜਾਏਗੀ ਨਾ, ਅੰਦਰ ਠੰਡਾ ਹੈ। ਤੇ ਉਹੀ ਜੇ ਉਹ ਚਿੱਟੀ ਕਰ ਦੇਣ ਬਾਹਰੋਂ, ਉਹ ਰਿਫਲੈਕਟ ਹੋ ਜਾਏਗੀ, ਲੋਕ ਕਾਲੀਆਂ ਐਨਕਾਂ ਪਾ ਕੇ ਤੁਰ ਫਿਰਨਗੇ। ਜੇ ਤੁਸੀਂ ਰਿਫਲੈਕਟ ਕਰਤਾ, ਤੁਹਾਨੂੰ ਕੋਈ ਗ੍ਰੀਨ ਹਾਊਸ ਇਫੈਕਟ ਹੋ ਹੀ ਨਹੀਂ ਸਕਦਾ ਅਰਥ ਦਾ। ਤੁਸੀਂ ਜੋ ਮਰਜ਼ੀ ਇੰਡਸਟਰੀ 'ਚ ਕਰੀ ਜਾਓ। ਤੁਸੀਂ ਇੱਕ ਹੋਰ ਐਕਸਪੈਰੀਮੈਂਟ, ਇੱਕ ਹੋਰ ਮੇਰੇ ਵਾਸਤੇ ਉਹ ਕਰਿਓ ਐਕਸਰਸਾਈਜ਼। ਮੋਹਾਲੀ ਲੈ ਲਓ, ਕਿੰਨੇ ਘਰ ਨੇ, ਕਿੰਨੇ ਸਕੁਆਇਰ ਫੁੱਟ ਦੇ ਨੇ, ਉਹਨਾਂ ਦੀ ਛੱਤ ਕਿੰਨੇ ਸਕੁਆਇਰ ਫੁੱਟ ਦੀ ਹੈ, ਇਹ ਸਾਰੇ ਸਕੁਆਇਰ ਫੁੱਟ ਟੋਟਲ ਕਰਕੇ ਚਿੱਟਾ ਜੇ ਹੋ ਜਾਏਗਾ ਤੇ ਰਿਫਲੈਕਟਿਵਿਟੀ ਕਿੰਨੀ ਹੋਏਗੀ, ਇਹ ਤੁਸੀਂ ਕਿਸੇ ਤੋਂ ਕਰਵਾ ਕੇ ਆਪੇ ਕਰ ਲਓ, ਇਹਦੇ 'ਚ ਐਡ ਕਰਾ ਲਿਓ, ਵੱਧ ਜਾਏਗੀ। ਬਈ ਤੁਸੀਂ ਬੱਦਲ ਬਣਾਤਾ ਆਪਣੇ ਛੱਤ ਦੇ ਉੱਤੇ, ਜਦ ਹਵਾਈ ਜਹਾਜ਼ ਤੇ ਜਾਂਦੇ ਹੋ, ਪਤਾ ਨਹੀਂ 17% ਬੱਦਲ ਰਿਫਲੈਕਟ ਕਰਦਾ ਹੈ ਹੀਟ ਨੂੰ। ਸਿੱਧਾ ਉਹਨੂੰ ਮਤਲਬ ਤੁਸੀਂ ਆਪਦੀ ਛੱਤ ਤੇ ਬੱਦਲ ਵਿਛਾਤਾ ਲਿਆ ਕੇ, ਚਿੱਟਾ ਪੇਂਟ ਕਰਤਾ, ਮਤਲਬ ਬੱਦਲ ਵਿਛਾਤਾ, ਤੁਹਾਨੂੰ ਗਰਮੀ ਨਹੀਂ ਲੱਗਣੀ, ਬੱਦਲ ਤੁਹਾਨੂੰ ਬਚਾ ਲੇਗਾ, ਬੱਦਲ ਬਚਾਏਗਾ। ਹਾਂ, ਬੜਾ ਸਿੰਪਲ ਹੈ। ਸਿੰਪਲ ਯਾਰ, ਉਹੀ ਗੱਲਾਂ ਸਿੰਪਲ ਹੀ ਹੁੰਦੀਆਂ, ਉਹਨਾਂ ਨੂੰ ਅਪਲਾਈ ਨਹੀਂ ਕੋਈ ਕਰਦਾ। ਕਿਉਂਕਿ ਜੇ ਕੋਈ ਸਿਆਣਾ ਜ਼ਿਆਦਾ ਬਣ ਜਾਏ, ਕਹਿੰਦੇ ਚਿੱਟਾ ਮਾਰਬਲ ਵਿਛਾ ਦਿੰਦੇ ਆ ਲਿਆ ਕੇ। ਮਾਰਬਲ ਵਿਛਾਓ, ਮਹਿੰਗਾ ਹੈ, ਉੱਤੇ ਵਜ਼ਨ ਪਏਗਾ ਛੱਤ ਉੱਤੇ। ਪਰ ਕਈ ਦੇਸ਼ ਦੀ ਥਾਵਾਂ ਤੇ ਮੈਂ ਵੇਖਿਆ ਮਾਰਬਲ ਵੀ ਗਰਮ ਹੋ ਜਾਂਦਾ, ਤੱਤਾ ਹੋ ਜਾਂਦਾ, ਉਹ ਕਿਉਂ? ਉਹ ਮਾਰਬਲ ਗਰਮ ਹੁੰਦਾ ਹੈ ਕਿਉਂਕਿ ਉਹਦੀ ਜਿਹੜੀ ਸਰਫੇਸ ਹੈ ਉਹ ਫੜਦੀ ਹੈ ਹੀਟ ਨੂੰ। ਮਾਰਬਲ ਚਿੱਟਾ ਹੈ, ਪੱਥਰ ਉੱਪਰੋਂ ਚਿੱਟਾ, ਥੱਲੋਂ ਉਹਦੀ ਸਰਫੇਸ ਉਹੀ ਹੈ, ਬਲੈਕ ਹੈ। ਉਹ ਨਹੀਂ, ਚਿੱਟਾ ਮਾਰਬਲ ਵਿਛਿਆ ਹੋਇਆ ਹੈ, ਉਹ ਗਰਮ ਜਦ ਅਸੀਂ ਪੈਰ ਰੱਖਦੇ ਹਾਂ ਉੱਤੇ ਤੇ ਪੈਰ ਸੜਦੇ ਆ, ਠੀਕ ਹੈ ਨਾ, ਬਿਕੋਜ਼ ਉਹ ਪੱਥਰ ਹੈ, ਉਹਦੀ ਐਬਜ਼ੌਰਪਸ਼ਨ ਰਿਫਲੈਕਟਿਵਿਟੀ ਉਨੀ ਨਹੀਂ ਹੈ ਜਿੰਨੀ ਕਿ ਚੂਨੇ ਦੀ ਹੋਏਗੀ। ਚੂਨੇ ਦਾ ਪੱਥਰ ਰੱਖ ਕੇ ਦੇਖੋ ਨਾ ਧੁੱਪੇ, ਤੁਸੀਂ ਚੂਨੇ ਦਾ ਪੱਥਰ ਧੁੱਪੇ ਰੱਖ ਲਓ, ਹੋਏਗਾ ਗਰਮ। ਬੜਾ ਸਸਤਾ ਤੇ ਸਿੰਪਲ ਟਿਕਾਊ। ਹਾਂ, ਉਹ ਹੈ, ਇਹ ਯਬ ਹੁੰਦਾ ਕਿ ਬਈ ਬਹੁਤ ਜ਼ਿਆਦਾ ਬਾਰਿਸ਼ ਆ ਗਈ, ਚੂਨਾ ਵਗ ਗਿਆ, ਉਹ ਤੁਸੀਂ ਹੋਰ ਕੁਝ ਲਾ ਲਓ ਜਿਹੜਾ ਨਹੀਂ ਵਗਦਾ। ਉਹ ਕਹਿੰਦੇ ਜੀ ਫਿਰ ਸਰਦੀਆਂ ਕਿਉਂ? ਸਰਦੀਆਂ ਤੇ ਸਾਡਾ ਘਰ ਠੰਡਾ ਹੋ ਜਾਏਗਾ। ਉਹ ਸਰਦੀਆਂ ਪੈਂਦੀਆਂ ਕਿ ਨਹੀਂ ਹੈ? ਸਰਦੀ ਤੇ ਪੈਂਦੀ ਹੋਈ ਨਹੀਂ, ਗਰਮੀ 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 ਗਰਮੀ, ਦੈਟ ਇਜ਼ ਆਲ। ਐਤਕੀ ਕਿੰਨੀਆਂ ਕਿ ਸਰਦੀਆਂ ਪਈਆਂ, ਉਹ ਤਾਂ ਸੂਰਜ ਹੀ ਨਹੀਂ ਨਿਕਲਿਆ, ਪਤਾ ਨਹੀਂ ਕਿੰਨੇ ਦਿਨ, ਹੈ ਨਾ, ਬੜੀ ਸਰਦੀ ਹੋ ਗਈ। ਪਰ ਉਹ ਜੇ ਸੂਰਜ ਨਿਕਲਿਆ ਹੀ ਨਹੀਂ ਤੇ ਉਹਨੇ ਤੁਹਾਡੀ ਨਾ ਛੱਤ ਗਰਮ ਕਰਨੀ ਨਾ ਠੰਡੀ ਕਰਨੀ। ਸੋ ਦਿਸ ਇਜ਼ ਅ ਵਿਕਟਰੀ ਗਰਾਊਂਡ ਵੇਅਰ ਯੂ ਫਾਈਟ ਅ ਬੈਟਲ and you win. That's it. Apply the science. ਮੁੱਖ ਦੀ ਗੱਲ ਇਹੀ ਹੈ। ਅਪਲਾਈ ਕਰੋ ਨਾ ਸਾਇੰਸ। ਕਿਉਂ ਨਹੀਂ ਅਪਲਾਈ ਕਰਦੇ ਭਾਈ? ਤੁਹਾਡੇ ਲੋਕਾਂ ਨੂੰ ਇੰਨਾ ਕੁਝ ਸਿਖਾਇਆ ਜਾਂਦਾ, ਤੁਸੀਂ ਆ ਜਾ ਕੇ ਫਿਰ ਇੰਨਾ ਕੰਪਿਊਟਰ, ਇੰਨਾ ਪੰਡਤਾਂ ਕੋਲ ਕੌਣ ਜਾਏਗਾ ਜੇ ਸਾਇੰਸ ਆ ਗਈ? ਨਹੀਂ, ਪੰਡਤ ਵੀ ਸਾਇੰਟਿਸਟ ਹੀ ਆ, ਦੇਖੋ ਉਹ ਵੀ ਜਨਮ ਪੱਤਰੀ ਕੰਪਿਊਟਰ ਤੇ ਕਰਦੇ, ਸਾਇੰਟਿਸਟ ਉੱਤੇ ਵੀ ਸਾਇੰਸ ਹੈ। ਹਾਂ, ਪਰ ਹੁਣ ਦੇਖੋ ਤੁਹਾਡੇ ਕੋਲ ਇੰਨਾ ਟੈਕਨੋਲੋਜੀ। ਮੈਂ ਅੱਜ ਸਵੇਰੇ ਕੱਢ ਕੇ, ਤੁਸੀਂ ਆ ਰਹੇ ਸੀ, ਮੈਂ ਕੱਢ ਕੇ ਰੱਖਿਆ ਹੀਟ ਬਜਟ ਆਫ ਦੀ ਅਰਥ। ਇਹ ਸਿੰਪਲ ਜੀ ਗੱਲ ਹੈ। ਹੀਟ ਬਜਟ ਆ, ਹੀਟ ਬਜਟ ਨੂੰ ਹੀਟ ਬਜਟ ਕਹਿੰਦੇ। ਜਿਵੇਂ ਸਰਕਾਰਾਂ ਦਾ ਬਜਟ ਹੁੰਦਾ, ਉਵੇਂ ਹੀ ਸਰ ਨੇ ਹੀਟ ਬਜਟ ਕੱਢ ਕੇ ਰੱਖਿਆ ਕਿ ਹੀਟ ਧਰਤੀ ਲਈ ਕਿੰਨੀ ਕੁ ਜ਼ਰੂਰੀ ਹੈਗੀ ਹੈ। ਅਹਿਮ ਹਿੱਸਾ, ਅਹਿਮ ਰੋਲ ਪਲੇ ਕਰਦੀ ਹੈ ਹੀਟ, ਜਿਹਦੇ 'ਚੋਂ ਸਰ ਨੇ ਦੱਸਿਆ ਕਿ 17% ਜਿਵੇਂ ਬੱਦਲ ਹੁੰਦਾ, ਬੱਦਲ ਵੀ ਹੀਟ ਰਿਫਲੈਕਟ ਕਰਦਾ। ਤੁਸੀਂ ਛੱਤ ਦੇ ਉੱਤੇ ਜੇ ਚਿੱਟਾ ਪੇਂਟ ਕਰਾ ਲਿਆ, ਚਿੱਟੀ ਕਲੀ ਮਰਵਾ ਲਈ, ਤਾਂ ਗਰਮੀਆਂ ਦੇ ਵਿੱਚ ਸੌਖਾ ਤੁਹਾਨੂੰ ਹੋਣਾ। ਬਿਜਲੀ ਦਾ ਬਿੱਲ ਵੀ ਘੱਟ ਆਏਗਾ, ਕਿਉਂਕਿ ਜਦੋਂ ਛੱਤ ਤੇ ਗਰਮੀ ਪੈਂਦੀ ਹੈ ਤਾਂ ਤੁਹਾਡੀ ਛੱਤ ਆਟੋਮੈਟਿਕਲੀ ਉਸ ਹੀਟ ਨੂੰ ਅਬਜ਼ੌਰਬ ਕਰਦੀ, ਤੁਹਾਨੂੰ ਅੰਦਰ ਤਪਸ਼ ਮਹਿਸੂਸ ਹੁੰਦੀ ਹੈ। ਮੋਟੀ ਗੱਲ ਇਹੀ ਹੈ ਨਾ। ਮੋਟੀ ਗੱਲ ਇਹੀ ਹੈ। ਤੁਸੀਂ ਮੈਡੀਟਰੇਨੀਅਨ ਕੰਟਰੀਜ਼ ਦੇਖੋਗੇ, ਗ੍ਰੀਸ ਤੇ ਉਹਦੇ ਮੈਡੀਟਰੇਨੀਅਨ ਸੀ ਦੇ ਆਸ-ਪਾਸ ਦੇ ਘਰ ਤੇ ਉੱਥੇ ਦੇ ਮਕਾਨ ਚਿੱਟੇ ਹੁੰਦੇ। ਹੁਣ ਅਸੀਂ ਜ਼ਰੂਰੀ ਕਿ ਸਰਕਾਰ ਬੋਲੇ ਜੀ ਛੱਤ ਚਿੱਟੀ ਹੋਣੀ ਚਾਹੀਦੀ ਹੈ?
ਤਦ ਅਸੀਂ ਚਿੱਟੀ ਕਰਾਵਾਂਗੇ। ਇਟ ਡਸਨਟ ਮੇਕ ਸੈਂਸ। ਅਪਲਾਈ ਯੋਰ ਮਾਈਂਡ, ਅਪਲਾਈ ਯੋਰ ਬ੍ਰੇਨ, ਅਪਲਾਈ ਵਾਟ ਯੂ ਹੈਵ ਬੀਨ ਟੌਟ। ਇਟ ਇਜ਼ ਵੈਰੀ ਜਿੱਥੇ ਆਪਾਂ ਖੜੇ ਏਡੇ ਵੱਡੀਆਂ ਕੋਠੀਆਂ ਹੈਗੀਆਂ ਨੇ, ਏਡੇ ਵੱਡੇ ਸਮਝਦਾਰ ਚਿੱਟੀ- ਲੋਕ ਨੇ, ਕੋਈ ਕੋਈ ਚਿੱਟੀ ਕੋਠੀ ਨਹੀਂ। ਮੈਂ ਚਿੱਟੀ ਛੱਤ ਨਹੀਂ ਕਿਸੇ ਦੀ ਵੇਖੀ। ਨਹੀਂ ਦੇਖ ਫੈਕਟ, ਬਿਕਾਜ਼ ਵੀ ਡੋਂਟ ਕੇਅਰ। ਉਹ ਕਹਿੰਦਾ ਥੱਲੇ ਮਕਾਨ ਮਾਲਕ ਕਹਿੰਦਾ ਉਹ ਉੱਤੇ ਕਿਰਾਏਦਾਰ ਕੋਈ ਗੱਲ ਨਹੀਂ ਤਾਂ ਫਕਰ। You see, many things come in. You take any roof. Show me a white roof. There is no white roof. ਨਹੀਂ ਹੈ। ਅਜੇ ਮੈਂ ਇੱਥੇ ਕਿਰਾਏਦਾਰ ਹਾਂ। ਟੈਂਕੀ ਵੀ ਲਾਲ ਆ ਤੁਹਾਡੀ। ਇਹ ਮਕਾਨ ਮਾਲਕ ਦਾ ਮੈਂ ਇੱਥੇ ਕਿਰਾਏਦਾਰ ਹਾਂ। I don't own this place. ਮੈਂ ਜਿੱਥੇ ਵੀ ਜਾਂਦਾ ਛੱਤ ਨੂੰ ਚਿੱਟੀ ਕਰਾ ਲੈਂਦਾ, ਭਾਵੇਂ ਅੰਦਰ ਸਫੇਦੀ ਹੋਏ ਘਰ ਦੀ ਕਿ ਨਹੀਂ। ਸੋ ਦੋਸਤੋ ਮੁੱਕਦੀ ਗੱਲ ਇਹ ਹੈਗੀ ਹੈ, ਗੱਲ ਅਸੀਂ ਕਰਨ ਆਏ ਸੀਗੇ ਹੀਟ ਦੇ ਨੂੰ ਲੈ ਕੇ। ਇੱਕ ਆਰਟੀਕਲ ਛਪਿਆ ਸੀਗਾ ਅਖਬਾਰ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਇੱਕ ਮਾਹੌਲ ਪੈਦਾ ਕੀਤਾ ਜਾਂਦਾ ਤੇ ਤੁਹਾਨੂੰ ਡਰਾਇਆ ਜਾਂਦਾ ਕਿ ਮਿਥੇਨ ਤੋਂ ਡਰੋ, ਕਾਰਬਨ ਡਾਈਆਕਸਾਈਡ ਤੋਂ ਡਰੋ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜਿਹਾ ਵੈਟ ਬਲਬ ਤਿਆਰ ਹੋਏਗਾ, 30 ਡਿਗਰੀ ਸੈਲਸੀਅਸ ਦਾ ਵੈਟ ਬਲਬ ਤਿਆਰ ਹੋ ਜਾਏਗਾ। ਉਸ ਤੋਂ ਬਾਅਦ ਤੁਹਾਡਾ ਜੀਣਾ ਜਿਹੜਾ ਹੈਗਾ ਮੁਸ਼ਕਲ ਹੋ ਜਾਏਗਾ। ਲੇਕਿਨ ਸੌਖੇ ਤਰੀਕੇ ਹੈਗੇ ਆ, ਹੀਟ ਨੂੰ ਰਿਫਲੈਕਟ ਕਰਾਓਗੇ ਤੇ ਉਹਦੇ ਨਾਲ ਧਰਤੀ ਦਾ ਹੀ ਫਾਇਦਾ, ਕੁਦਰਤ ਦਾ ਹੀ ਫਾਇਦਾ। ਚਿੱਟੀ ਕਰਾ ਦਿਓ ਛੱਤ। ਆਦੇਸ਼ ਜੀ ਵੀ ਕਹਿੰਦੇ ਹੈਗੇ ਆ ਕਿ ਜਿਹੜੀ ਹੀਟ ਹੈਗੀ ਉਹ ਵਾਪਸ ਰਿਫਲੈਕਟ ਕਰੇਗੀ, ਬਿਜਲੀ ਦਾ ਬਿੱਲ ਵੀ ਘਟੇਗਾ, ਕਿਉਂਕਿ ਜਦੋਂ ਏਸੀ, ਕੂਲਰ, ਪੱਖੇ ਘੱਟ ਚੱਲਣਗੇ ਤਾਂ ਬਿਜਲੀ ਦਾ ਬਿੱਲ ਵੀ ਘੱਟ ਆਏਗਾ। ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀਗੇ ਰਮਨੀਤ, ਮੈਂ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ ਧੰਨਵਾਦ।